20 ਅਗਸਤ ਦਾ ਦਿਨ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਸ਼ਹੀਦੀ ਦਿਵਸ ਦੇ ਤੌਰ ਤੇ ਐਲਾਨਿਆ ਹੋਇਆ। 20 ਅਗਸਤ 2013 ਨੂੰ ਤਰਕਸ਼ੀਲ ਲਹਿਰ ਦੇ ਕੌਮੀ ਨਾਇਕ ਡਾਕਟਰ ਨਰਿੰਦਰ ਦਬੋਲਕਰ ਮਹਾਰਾਸ਼ਟਰ, ਜਿਨ੍ਹਾਂ ਦਾ ਫਾਸ਼ੀਵਾਦੀ ਤਾਕਤਾਂ ਨੇ ਸੁਬਾਹ ਸਵੇਰੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਉਦੋਂ ਤੋਂ ਲੈ ਕੇ ਤਰਕਸ਼ੀਲ ਸੁਸਾਇਟੀ ਪੰਜਾਬ 20 ਅਗਸਤ ਨੂੰ ਚੇਤਨਾ ਦਿਵਸ ਦੇ ਤੌਰ ਤੇ ਮਨਾਉਂਦੀ ਆ ਰਹੀ ਹੈ। ਭਾਵੇਂ ਜਲੰਧਰ ਵਿਖੇ ਪੰਜਾਬ ਪੱਧਰੀ ਸੈਮੀਨਾਰ ਕੀਤਾ ਗਿਆ ਹੋਵੇ, ਭਾਵੇਂ ਜਲੰਧਰ ਤੋਂ ਬਾਅਦ ਲੁਧਿਆਣਾ, ਬਰਨਾਲੇ ਦੇ ਵਿੱਚ ਪੰਜਾਬ ਪੱਧਰੀ ਸੈਮੀਨਾਰ ਦੇ ਤੌਰ ਤੇ ਇਸ ਦਿਵਸ ਨੂੰ ਮਨਾਇਆ ਗਿਆ ਹੋਵੇ, ਤੇ ਇਸ ਦੇ ਨਾਲ ਹੀ ਡਾਕਟਰ ਦਬੋਲਕਰ ਨੂੰ ਸਮਰਪਿਤ ਮੈਗਜ਼ੀਨ ਹਫ਼ਤੇ ਦੇ ਤੌਰ ਤੇ ਵੀ ਇਸ ਦਿਵਸ ਨੂੰ ਤਰਕਸ਼ੀਲ ਸੁਸਾਇਟੀ ਮਨਾ ਚੁੱਕੀ ਹੈ। ਇਸ ਵਾਰੀ ਦੁਨੀਆ ਪੱਧਰ ਤੇ ਬਣਾਈਆਂ ਹੋਈਆਂ ਵਿਸ਼ੇਸ਼ ਹਾਲਤਾਂ ਜਿਹਦੇ ਤਹਿਤ ਪੰਜਾਬ ਪੱਧਰ ਤੇ ਕੋਈ ਵੱਡਾ ਜਿਹੜਾ ਪ੍ਰੋਗਰਾਮ ਆ ਉਹ ਇਸ ਵਾਰ ਨਹੀਂ ਹੋ ਸਕਦਾ ਸੀ। ਸੋ ਇਸ ਕਰਕੇ 20 ਅਗਸਤ ਦੇ ਦਿਨ ਨੂੰ ਆਪਾਂ ਕੁਝ ਗੱਲਾਂ ਦਬੋਲਕਰ ਦੀ ਸ਼ਖਸੀਅਤ ਬਾਰੇ, ਅੱਜ ਕੱਲ੍ਹ ਦੇ ਹਾਲਾਤ ਬਾਰੇ ਤਰਕਸ਼ੀਲ ਟੀਵੀ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਡਾਕਟਰ ਦਬੋਲਕਰ ਜਿਹੜੇ ਪੜ੍ਹਾਈ ਪੱਖੋਂ MBBS ਡਾਕਟਰ ਸੀ, ਆਪਣੀ ਜ਼ਿੰਦਗੀ ਦੇ ਥੋੜ੍ਹੇ 10-12 ਵਰ੍ਹੇ ਸਰਕਾਰੀ ਨੌਕਰੀ ਕਰਨ ਤੋਂ ਬਾਅਦ ਕੁੱਲ ਵਕਤੀ ਦੇ ਤੌਰ ਤੇ ਅੰਧ ਸ਼ਰਧਾ ਨਿਰਮੂਲਨ ਸਮਿਤੀ ਦੇ ਵਿੱਚ ਸਰਗਰਮ ਹੋ ਜਾਂਦੇ ਆ। ਡਾਕਟਰ ਦਬੋਲਕਰ ਜਿਹੜੇ ਉੱਥੇ ਚੱਲਦੀ ਇੱਕ ਬਰਾਬਰੀ ਦੀ ਲਹਿਰ, ਇੱਕ ਪਿੰਡ ਇੱਕ ਖੂਹ ਤੋਂ ਆਪਣਾ ਜਿਹੜਾ ਜੀਵਨ ਹੈ ਉਹ ਸਮਾਜ ਸੇਵਾ ਲਈ ਸ਼ੁਰੂ ਕਰਦੇ ਆ, ਜਿਹਦੇ ਵਿੱਚ ਉਹ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਆ ਕਿ ਇੱਕ ਪਿੰਡ ਦੇ ਵਿੱਚ ਜਾਤ ਪੱਧਰ ਤੇ, ਅਮੀਰੀ ਗਰੀਬੀ ਪੱਧਰ ਤੇ ਪੀਣ ਦੇ ਲਈ ਵੱਖ-ਵੱਖ ਖੂਹ ਨਹੀਂ ਹੋਣੇ ਚਾਹੀਦੇ, ਇੱਕੋ ਖੂਹ ਤੇ ਸਾਰੇ ਜਾਣੇ ਪਾਣੀ ਲੈਣ ਵਰਤਣ, ਬਰਾਬਰਤਾ ਆਵੇ। ਉੱਥੋਂ ਸ਼ੁਰੂ ਕੀਤੀ ਹੋਈ ਮੁਹਿੰਮ ਉਹਨਾਂ ਦੀ ਪੂਰੀ ਜ਼ਿੰਦਗੀ ਆਖਰੀ ਸਾਹ ਤੱਕ ਉਹਨਾਂ ਨੂੰ ਇੱਕ ਆਗੂ ਦੇ ਤੌਰ ਤੇ ਮਾਨਤਾ ਮਿਲੀ। ਉਹਨਾਂ ਨੇ ਬਹੁਤ ਸਾਰੀਆਂ ਪਹਿਲ ਕਦਮੀਆਂ ਕਰਕੇ ਮਹਾਰਾਸ਼ਟਰ ਦੇ ਅੰਦਰ ਇੱਕ ਬਹੁਤ ਵੱਡੀ ਸੰਗਠਿਤ ਲਹਿਰ ਖੜੀ ਕੀਤੀ। 1999 ਦੇ ਵਿੱਚ ਅੰਧ ਸ਼ਰਧਾ ਨਿਰਮੂਲਨ ਸਮਿਤੀ ਦਾ ਗਠਨ ਕੀਤਾ ਗਿਆ, ਜਿਹੜੀ ਅੱਜ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਮਹਾਰਾਸ਼ਟਰ ਦੇ ਅੰਦਰ ਬਹੁਤ ਹੀ ਪਲੈਨਿੰਗ ਦੇ ਨਾਲ ਅੰਧ ਵਿਸ਼ਵਾਸਾਂ ਦੇ ਖਿਲਾਫ, ਕੁਝ ਹੋਰ ਸਮਾਜਿਕ ਕੁਰੀਤੀਆਂ ਦੇ ਖਿਲਾਫ ਇੱਕ ਬਹੁਤ ਵੱਡੀ ਲਹਿਰ ਛੇੜੀ ਹੋਈ ਹੈ। ਡਾਕਟਰ ਨਰਿੰਦਰ ਦਬੋਲਕਰ ਦੀ ਅਗਵਾਈ ਦੇ ਵਿੱਚ 2003 ਦੇ ਵਿੱਚ ਇੱਕ ਐਂਟੀ ਸੁਪਰਸਟੀਸ਼ਨ ਐਕਟ ਦਾ ਖਰੜਾ ਤਿਆਰ ਕਰਕੇ ਦਿੱਤਾ ਗਿਆ, ਜਿਹਨੂੰ ਇੱਕ ਕਾਨੂੰਨ ਬਣਾਉਣ ਦੇ ਲਈ ਲਗਾਤਾਰ ਲੰਬੀ ਲੜਾਈ ਲੜੀ ਗਈ, ਜਿਹਦੇ 'ਚ ਕਰਦਿਆਂ 2005 'ਚ ਕਾਫੀ ਕਾਮਯਾਬੀ ਹਾਸਲ ਹੋਈ, ਪਰ ਫਾਸ਼ੀਵਾਦੀਆਂ ਵੱਲੋਂ ਵਿਰੋਧ ਕਰਨ ਤੇ ਉਹ ਕਾਨੂੰਨ ਉਸ ਸਮੇਂ ਪਾਸ ਨਾ ਹੋ ਸਕਿਆ। ਉਸ ਤੋਂ ਬਾਅਦ ਵੀ ਉਹਨਾਂ ਨੇ ਪਾਣੀ ਦੇ ਪ੍ਰਦੂਸ਼ਣ ਤੇ ਖਾਸ ਕਰਕੇ, ਜਿਸ ਸਮੇਂ ਮਹਾਰਾਸ਼ਟਰ ਦੇ ਵਿੱਚ ਪਾਣੀ ਦਾ ਕਾਲ ਸੀ, ਆਸਥਾ ਦੇ ਨਾਂ ਤੇ, ਧਰਮ ਦੇ ਨਾਂ ਤੇ ਹਜ਼ਾਰਾਂ ਲੀਟਰ ਬੇਲੋੜਾ ਪਾਣੀ ਵਹਾਇਆ ਜਾ ਰਿਹਾ ਸੀ। ਆਸਥਾ ਦੇ ਨਾਂ ਤੇ, ਮੂਰਤੀ ਵਿਸਰਜਨ ਦੇ ਨਾਂ ਤੇ, ਪਾਣੀ ਦੇ ਵਿੱਚ ਮੂਰਤੀਆਂ ਜਲ ਪ੍ਰਵਾਹ ਕਰਨ ਦੇ ਨਾਂ ਤੇ ਬਹੁਤ ਸਾਰੀ POP ਕੈਮੀਕਲ, ਹੋਰ ਜਿਹੜਾ ਮਟੀਰੀਅਲ ਸੀ ਪਾਣੀ ਨੂੰ ਪ੍ਰਦੂਸ਼ਿਤ ਕਰਨ ਵਾਲਾ, ਜਦੋਂ ਉਹ ਨਦੀਆਂ ਦਰਿਆਵਾਂ 'ਚ ਸੁੱਟਿਆ ਜਾ ਰਿਹਾ ਸੀ, ਜਿਹਦੇ ਕਾਰਨ ਬਹੁਤ ਸਾਰੀਆਂ ਮੱਛੀਆਂ ਮਰ ਜਾਂਦੀਆਂ ਸੀ। ਉਸ ਪ੍ਰਦੂਸ਼ਣ ਨੂੰ ਬੰਦ ਕਰਨ ਦੇ ਖਿਲਾਫ ਇੱਕ ਤਕੜਾ ਅਭਿਆਨ ਛੇੜਿਆ, ਜਿਹਦੇ ਕਰਕੇ ਹਾਈ ਕੋਰਟ ਨੂੰ ਸਖਤ ਹਦਾਇਤਾਂ ਜਾਰੀ ਕਰਨੀਆਂ ਪਈਆਂ ਕਿ ਇਸ ਤੋਂ ਵੱਡੀ ਮੂਰਤੀ, ਇਸ ਤੋਂ ਵੱਧ ਇਸ ਤਰ੍ਹਾਂ ਦਾ ਜਿਹੜਾ ਪ੍ਰਦੂਸ਼ਣ ਆ ਉਹ ਨਹੀਂ ਫੈਲਾਇਆ ਜਾਣਾ ਚਾਹੀਦਾ। ਸੋ ਇਹਨਾਂ ਗੱਲਾਂ ਕਰਕੇ ਪੂਰੀ ਤਰਕਸ਼ੀਲ ਲਹਿਰ, ਅੰਧ ਸ਼ਰਧਾ ਨਿਰਮੂਲਨ ਸਮਿਤੀ ਫਾਸ਼ੀਵਾਦੀਆਂ ਦੀਆਂ ਨਜ਼ਰਾਂ ਦੇ ਵਿੱਚ ਰੜਕਦੀ ਸੀ। ਦੂਜੇ ਪਾਸੇ ਪੂਰੀ ਅੰਧ ਸ਼ਰਧਾ ਨਿਰਮੂਲਨ ਸਮਿਤੀ ਵੱਲੋਂ ਸੰਗਠਿਤ ਰੂਪ ਦੇ ਵਿੱਚ ਐਂਟੀ ਸੁਪਰਸਟੀਸ਼ਨ ਐਕਟ ਬਣਾਉਣ ਦੇ ਲਈ, ਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੇ ਲਈ ਲਗਾਤਾਰ
दबाव बनाया होया सी सरकार ते, जिहदे करके डॉक्टर दबोलकर नूं बहुत सारियां धमकियां भी मिलदियां रहियां। बहुत सारे पासे तो रहा सलाहां भी आईयां कि पुलिस की सिक्योरिटी लै लेनी जानी चाहिए आ, पर डॉक्टर दबोलकर का यह विचार सी कि मेरे वांग होर हज़ारां लोग, हज़ारां मैंबर अंधश्रद्धा निर्मूलन समिति च काम करते हैं, तो मैं पुलिस की सिक्योरिटी च इस तरह काम करना ठीक नहीं समझदा। सो उस हालात के बनदियां उत्थों दे फाशीवादी ताकतां ने 20 अगस्त 2013 नूं सुबह सवेरे डॉक्टर नविंदर दबोलकर नूं गोलियां मार के शहीद कर दिता। वो पहली बार होया महाराष्ट्र के अंदर कि पूरा बंद डॉक्टर दबोलकर की शहादत के सोग दे विच होया, ते ये भी उत्थों की पूरी लहर की प्राप्ति सी कि उस तो थोड़ा समा बाद ही अंधविश्वास रोकू एक्ट है जिहड़ा एक कानून बना के असैंबली दे विच पास हो गया। डॉक्टर नरेंद्र दबोलकर जिहड़े बहुत ही उच्च पाए दे बुद्धिवादी लेखक सी, लगभग दर्जन किताबां उन्होंने विज्ञानक विचारधारा के प्रसार प्रचार वास्ते लिखियां। वार्ता पत्र जिहड़ा सप्ताहिक मैगजीन सी, लगभग 15 साल उस दे संपादक भी रहे। होर जिन्ने भी समाज के अंदर अंधविश्वासां तो बिना कुछ समाजिक रीतियां सामने सी, औरतां दे नाल हुंदा न्याय, नशा की अलामत, होर जो भी कुछ वापरदा सी उहदे खिलाफ वो बहुत ठोस बजमा एक मूवमेंट चलाउंदे, प्रेशर बनाउंदे। खास करके वड्डे त्योहारां ते जिहड़ी वेस्टेज हुंदी है, उन्हां त्योहारां बारे लखां की गिणती चों पैंफलेट छाप के विद्यार्थियों स्कूलों च लैके जांदे। उन्हां दी शहादत तो बाद जिहड़ा भरम सी फाशीवादियां नूं कि इस तो बाद शायद दबोलकर तो बाद उत्थों की अंधश्रद्धा निर्मूलन समिति, उत्थों के विज्ञानक विचारों को अपनाई हुई जथेबंदी खिंड पुंड जाऊगी। पर यह गल माण वाली है महाराष्ट्र के लोगों वास्ते भी, अंधश्रद्धा निर्मूलन समिति के मैंबरां वर्करां वास्ते भी, पूरे भारत की एक लहर वास्ते भी, कि जिस संस्था दियां 180 ब्रांचां काम करदियां सी 20 अगस्त 2013 तो पहला, ते अज ओह ब्रांचां वध के 325 हो गई। जनवरी 2019 पुणे जाने का मौका मिलिया, उस स्पॉट ते गए। पूरे रश वाला शहरी खेत्र है जिस स्पॉट ते दबोलकर जी नूं गोलियां मारियां गईयां सी। बहुत सारे लोग सानूं मिले उत्थे जिहड़े कहिंदे सी कि दबोलकर जी की शहादत तो पहला असी संस्था बारे बहुता नहीं सी जानते, असी संस्था नाल जुड़े हुए नहीं सी, ते हुण परिवारां दे परिवार उस संस्था नाल जुड़ गए आ। उन्होंने पता लग गया कि डॉक्टर दबोलकर दे विचारां नूं जिंदगी च अपनाउणा ही असली जिंदगी है। समाज की तरक्की दे वास्ते विज्ञानक विचारां नूं अपनाउणा बहुत जरूरी है, ते जिहदे करके वो पूरी दी पूरी लहर उस तो बाद लगातार वध फुल रही है। ते नाल दूजा पासा, दूजा पक्ष, सरकारी एजेंसियां, जांच पड़ताल, जदों ये सारियां गल्लां पहलां ही साफ सी कि वो कौन लोग ने जिहड़े धमकियां दे रहे हैं डॉक्टर दबोलकर जी नूं, वो कौन लोग ने जिहड़े यह कारा कर सकते हैं, बिल्कुल साफ सी। पर बहुत लंबा समा उहदे ते कोई एक्शन नहीं होया। जथेबंदी के दबाव नाल, राष्ट्रीय ते अंतरराष्ट्रीय दबाव सदका जदों कुछ पड़तालां होईयां, उहदे च बिल्कुल निखरवीआं गल्लां सामने आ गईयां कि सनातनी संस्था वालियां दा एक कर है, कला दबोलकर का कर ही नहीं। उस तो बाद तो गल्लां भी सामने आ गईयां कि गोबिंद पंसारे, प्रोफैसर MM कुलवर्गी ते कन्नड़ लेखका गौरी लंकेश दे कतल दे जिहड़े सुराग ने वो भी सनातनी संस्था नाल जा जुड़ते ने। उही हथियार जिहड़े दबोलकर नूं मारन वेले वरते जांदे आ
उधर भी वरते गए ने। इन्ना कुछ साफ होने के बावजूद भी 7 सालों हजे तक कोई उहदा ठोस नवेड़ा जिहड़ा वो नहीं हो सकिया। सो जिथे अज साडी ये मंग कि दबोलकर के कातलों नूं, गोबिंद पंसारे, कुलवर्गी ते गौरी लंकेश के कातलों नूं फड़ के सजावां दित्तियां जाण, ते नाल दी नाल साडी ये भी मंग है कि लिखण ते बोलण की जो आज़ादी है वो खत्म की हुई है। हालात अज इत्थों तक बिगड़ चुके हैं कि 2013 दे विच स्थिति होर तरह की सी, कुछ लुकमा छिपमा चलता सी। अजकल तो सारा कुछ सामने चल रहा है। सो असीं वो मंग करते हैं कि यह सारा कुछ लिखण बोलण की आज़ादी, बराबरता, ये सारा पूरे आवाम नूं मिलनी चाहिए है। हालात इत्थों तक कि किसी वेले जिहड़ी उस फाशीवादियों की सोच चो एक कतलों की लड़ी जारी चलती सी, जिहदे इवज च उन्हां फाशीवादी ताकतां नूं एक पे करना पिया। उन्हां कतलों तो बाद पूरे देश के अंदर एक माहौल बनिया फाशीवादियों के खिलाफ। अज वो फाशीवादी उन्हां दियां सियासी पार्टियां जिहड़ियां अज देश के उत्ते एक तरह नाल काबज ने, जिन्हां ने उस पूरे के पूरे सिस्टम नूं, जिहदे च भावें अदालतां आ जाण, भावें पड़ताल करने वालियां फोर्स CBI आ जाण, चाहे कोई सिक्ख्या के अदारे आ जाण, फिल्म इंडस्ट्री आ जाए, चाहे कोई चोण कमिशन आ जाए, उन्हां सारे अदारियां नूं अपने पक्ष च प्रभावित किया होया है। कल्ले उन्हां नूं नहीं, पूरे का पूरा मीडिया जो वो कहते हैं बिल्कुल उस तरह चलता है। तो उन्होंने जिहड़े इन्हां दे कतलों तो बाद इन्हां दे रोस एक पूरे देश के अंदर माहौल बनया सी, उस तो नीति नूं बदलते हुए पिछले 2-3 सालों तो इस समाज के अंदर विज्ञानक प्रचार प्रसार करने वाले, फैलाउण वाले, ठीक नूं ठीक कहण वाले, जां सरकार वालों कीतियां जांदियां वधीकियां ते प्रश्न चिन्ह लाउण वाले, सवाल करने वाले बुद्धिजीवियों नूं, चिंतकां नूं, पत्रकारां नूं सारिਆਂ ਨੂੰ फड़ के जेलों दिता होया। किसी ਨੂੰ अर्बन नक्सल के नां ते, किसी ਨੂੰ किसी के नां ते जिन्हां दीयां जमानतां तक नहीं कीतियां जा रहीआं। ਇਹ सो कहण का मतलब की है कि हालत 13 नालों बहुत ज़्यादा बिगड़ चुकी है, बदतर हो चुकी है, तो सानू उन्नी ही गंभीरता नाल चिंतन करने की लोड़ है। अज हालात पिछले 5-6 महीनों चो जिहड़े नवे हालात बने हैं, भावें देश के अंदर, दुनिया के अंदर करोना महामारी के नां ते, सो मैं तो कहना चाहूँगा कि एक करोना महामारी एमरजेंसी लाई हुई है, जिस एमरजेंसी के खाते दे विच जो कुछ सरकारां, सूबियां दीयां सरकारां, केंद्र दीयां सरकारां अपने वो एजेंडे लागू कर रही हैं, जो वो करना चाहती हैं, लोगों नूं इस करोना महामारी के नां ते अंदर वाड़िया होया है। इस समय के दौरान किन्ने मारू फैसले, चाहे वो बड़े अदारे बेचण दीयां गल्लां, BSNL, रेलवे, सरकारी मुलाजमां दी छंटी, पोस्टां दीयां कटौतियां, सरकारी मुलाजमां दे तनख्वाहां ते कट, जानी जिहड़ी भी चीज़ नूं जी करदा वो लाया जा रहा है। कारपोरेट घराणियां नूं हज़ारां करोड़ रुपये दीयां मुआफियां दित्तियां जा रही हैं। पेट्रोल डीजल के रेट भावें वर्ल्ड पद्धर ते अद्धे भी घट गए सी, पर साडे मुल्क के अंदर होर टैक्स ला के लगातार वधाए जा रहे हैं करोना महामारी के नां ते। कहने का मतलब की है कि करोना दे नां दे उत्ते एक अणएलानी एमरजेंसी लाई हुई है, तो इस अणएलानी एमरजेंसी के तहत वो सारा कुछ किया जा रहा है जिहड़ा आम हालतां दे विच करना संभव नहीं हुंदा। करोना महामारी जिसनों दुनिया पद्धर ते एक बहुत बड़ी महामारी, जिहदे नाल लाखां मौतां दीयां गल्लां ते होर बहुत सारा कुछ साडे सामने परोसिया जा रहा है, उस तरीके नाल साडे देश दे विच भी उही कुछ परोसिया जा रहा है। हुण तक जिहड़े नतीजे निकल रहे हैं कि ये कोई एडी वड्डी महामारी नहीं है जिहदे नाल कोई बहुत ज़्यादा मौतां हो रही होण। ये एक आम फ्लू, आम बीमारी है जिहदे नाल बाकी बीमारियां वांग कुछ मौतां हो जांदियां। WHO की जिहड़ी स्थिति है
ਉਹ ਵਿਰੋਧਾਭਾਸ ਬਣੀ ਹੋਈ ਹੈ। ਕਦੇ ਇਸ ਤਰ੍ਹਾਂ ਫੈਲਦਾ, ਇਸ ਤਰ੍ਹਾਂ ਨਹੀਂ ਫੈਲਦਾ। ਆ ਇੱਕ ਦੋ ਦਿਨਾਂ ਦੇ ਵਿੱਚ ਹੀ ਜਿਹੜੇ ਬਿਆਨ ਆਏ ਆ ਵੀ ਇਹ ਹਵਾ ਰਾਹੀਂ ਵੀ, ਫਾਈਬਰ ਰਾਹੀਂ ਵੀ ਫੈਲ ਸਕਦਾ। ਇਹਦਾ ਮਤਲਬ ਕੀ ਕਿ ਜਿਹੜੇ ਹੁਣ ਤੱਕ ਦੇ ਕੋ ਇhtiyਾਤ ਜਿਹੜਾ ਕੁਝ ਕਿਹਾ ਗਿਆ ਵੀ ਉਹ ਫਿਰ ਬੇਲੋੜਾ ਸੀ। ਕੁਝ ਵੀ ਨਹੀਂ ਹੈ, ਇੱਕ ਫਲੂ ਹੈ ਜਿਸ ਤੋਂ ਬਚਣ ਲਈ, ਜਿਵੇਂ ਆਮ ਲੱਗਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ, ਉਹ ਬਿਲਕੁਲ ਵਰਤਣੀਆਂ ਚਾਹੀਦੀਆਂ। ਪਰ ਜਿਹੜਾ ਕੁਝ ਦੂਜਾ ਪਾਸੇ ਕੀਤਾ ਜਾ ਰਿਹਾ ਹੈ, ਲੋਕਡਾਊਨ ਦੇ ਨਾਂ ਦੇ ਉੱਤੇ ਜਿੰਨੀ ਆਰਥਿਕਤਾ ਤਹਿਸ ਨਹਿਸ ਪੂਰੇ ਪੰਜਾਬ ਦੀ, ਪੂਰੇ ਮੁਲਕ ਦੀ ਉਹ ਹੋਈ ਹੈ, ਜਿਸ ਤਰ੍ਹਾਂ ਇੱਕ ਥਾਂ ਤੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉੱਜੜ ਕੇ ਮਜ਼ਦੂਰ ਆਪਣੇ ਪਿੰਡਾਂ ਨੂੰ ਗਏ ਆ, ਉਹ ਸਥਿਤੀਆਂ ਸਾਡੇ ਸਾਰਿਆਂ ਦੇ ਸਾਹਮਣੇ ਆ। ਕਹਿਣ ਦਾ ਮਤਲਬ ਕਿ ਸਾਰਾ ਕੁਝ ਤਹਿਸ ਨਹਿਸ ਹੁੰਦਾ ਤਾਂ ਇਹ ਹੈ ਕਿ ਲੋਕਡਾਊਨ ਕੀਤਾ ਗਿਆ, ਉਹਦੇ 'ਚ ਕੁਝ ਨਾ ਕੁਝ ਅਜਿਹੇ ਸਿਸਟਮ ਬਣਾ ਲਏ ਜਾਣ ਕਿ ਜਿਵੇਂ ਇਹ ਬਿਮਾਰੀ ਵੱਧਦੀ ਹੈ ਉਹਨੂੰ ਕੰਟਰੋਲ ਇਸ ਤਰੀਕੇ ਨਾਲ ਕਰਨਾ ਹੈ, ਪਰ ਉਹ ਸਾਰਾ ਕੁਝ ਆਪਣੇ ਸਾਹਮਣੇ ਹੈ। ਜੇ ਸਥਿਤੀ ਅੰਕੜਿਆਂ ਦੀ ਵੀ ਚੱਕਣੀ ਹੋਵੇ, ਸਾਡੇ ਮੁਲਕ ਦੇ ਅੰਦਰ 40,000 ਤੋਂ 50,000 ਮੌਤਾਂ ਹਰ ਮਹੀਨੇ ਟੀਵੀ ਨਾਲ ਹੋ ਜਾਂਦੀਆਂ, ਜਿਹਦੀ ਦਵਾਈ ਵੀ ਹੈ, ਜਿਹਦਾ ਸਾਰਾ ਕੁਝ ਪਤਾ ਵੀ ਹੈ। ਤੇ ਇਹ ਅੰਕੜਾ ਜੇ ਉਹਦੇ ਨਾਲ ਮੁਕਾਬਲਾ ਕਰਨਾ ਹੋਵੇ ਤੇ 5 ਮਹੀਨਿਆਂ ਦਾ ਉਹਦੇ ਬਰਾਬਰ ਜਾਂਦਾ। ਕਹਿਣ ਦਾ ਮਤਲਬ ਕੀ, ਅੰਕੜਿਆਂ ਦੀ ਗਣਨਾ ਦੇ ਵਿੱਚ ਇਸ ਮਹਾਮਾਰੀ ਨੂੰ ਇੰਨਾ ਵਧਾਇਆ ਡਰਾਇਆ ਜਾ ਰਿਹਾ ਹੈ, ਇਸ ਦੀ ਦਹਿਸ਼ਤ ਪਾਈ ਜਾ ਰਹੀ ਹੈ, ਜਿਹੜੀ ਦਹਿਸ਼ਤ ਦੇ ਸਿੱਟੇ ਆਪਾਂ ਦੇਖ ਸਕਦੇ ਹਾਂ ਨਿਕਲ ਰਹੇ ਆ ਕਿ ਲੋਕੀ ਹਸਪਤਾਲਾਂ 'ਚ ਦਾਖਲ ਹੋਏ, ਉਤਲੀਆਂ ਮੰਜ਼ਲਾਂ ਤੋਂ ਛਾਲਾਂ ਮਾਰ ਕੇ ਖੁਦਕੁਸ਼ੀ ਕਰ ਰਹੇ ਆ ਕਿ ਮੈਂ ਕਰੋਨਾ ਨਾਲ ਹੋਰ ਦੁਖੀ ਹੋ ਜਾਊਗਾ। ਕਰੋਨਾ ਕਰਕੇ ਹੀ ਰੋਪੜ ਜ਼ਿਲ੍ਹੇ ਦੇ ਅੰਦਰ ਇੱਕ ਮਾਂ ਤੇ ਪੁੱਤ ਨੇ ਖੁਦਕੁਸ਼ੀ ਕਰ ਲਈ ਸੀ ਕਿ ਅਸੀਂ ਕਰੋਨਾ ਨਾਲ ਨਹੀਂ ਮਰਨਾ ਚਾਹੁੰਦੇ। ਜਾਣੀ ਇਹਦਾ ਡਰ ਭੈ ਇੰਨਾ ਜ਼ਿਆਦਾ ਸਿਰਜਿਆ ਜਾ ਚੁੱਕਿਆ ਕਿ ਬਹੁਤ ਵੱਡਾ ਹਿੱਸਾ ਲੋਕਾਂ ਦਾ ਉਹ ਘਰਾਂ ਤੋਂ ਬਾਹਰ ਨਹੀਂ ਨਿਕਲ ਰਿਹਾ। ਹਾਂ, ਉਹ ਲੋਕੀ ਜੇ ਆਪਾਂ ਪਿਛਲੇ ਸਮੇਂ 'ਚ ਵੇਖਣਾ ਹੋਵੇ, ਪੰਜਾਬ ਦੇ ਅੰਦਰ ਖਾਸ ਕਰਕੇ ਹਾੜੀ ਦਾ ਸੀਜ਼ਨ ਗਿਆ, ਸੌਣੀ ਦੀ ਬਿਜਾਈ ਹੋਈ, ਝੋਨਾ ਲੱਗਿਆ, ਤਾਂ ਕਿਤੇ ਵੀ ਅਜਿਹੀ ਗੱਲ, ਅਜਿਹੇ ਅੰਕੜੇ ਸਾਹਮਣੇ ਨਹੀਂ ਆਏ ਕਿ ਕੋਈ ਬਹੁਤ ਭਿਆਨਕ ਮਹਾਮਾਰੀ ਹੈ, ਹਾੜੀ ਵੀ ਵੱਢੀ ਗਈ, ਮਜ਼ਦੂਰ ਤਬਕੇ ਦੇ ਅੰਦਰ ਅਜਿਹਾ ਕੁਝ ਨਹੀਂ ਹੋਇਆ। ਹੁਣ ਤੱਕ ਤਾਂ ਇਹ ਗੱਲਾਂ ਵੀ ਸ਼ੰਕੇ 'ਚ ਨੇ ਕਿ ਜਿਹੜੀਆਂ ਕਿੱਟਾਂ ਨਾਲ ਟੈਸਟ ਕੀਤੇ ਜਾਂਦੇ ਆ ਕਿ ਉਹ ਕਿੱਟਾਂ ਦੀ ਸਾਰਥਕਤਾ ਹੈ, ਉਹਨਾਂ ਤੇ ਯਕੀਨ ਕੀਤਾ ਜਾਵੇ ਕਿ ਨਾ। ਕੁਝ ਪੋਸਟਾਂ ਇਹੋ ਜਿਹੀਆਂ ਵਾਇਰਲ ਵੀ ਹੋਈਆਂ ਕਿ ਬੱਕਰੀ ਦਾ, ਪਪੀਤੇ ਦਾ ਵੀ ਜਦੋਂ ਟੈਸਟ ਕੀਤਾ ਗਿਆ ਉਹਨਾਂ ਦੇ ਵਿੱਚ ਵੀ ਕਰੋਨਾ ਵਾਇਰਸ ਪਾਇਆ ਗਿਆ, ਜਿਹਦੇ ਤੋਂ ਇਹ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸ਼ੱਕੀ ਆ ਉਹ ਬਣ ਜਾਂਦੀਆਂ। ਸੋ ਕਹਿਣ ਦਾ ਮਤਲਬ ਕੀ ਆ ਕਿ ਇਹ ਇੱਕ ਬਿਮਾਰੀ ਹੈ, ਇਸ ਤੋਂ ਬਚਣਾ ਚਾਹੀਦਾ, ਸਾਵਧਾਨੀ ਵਰਤਣੀ ਚਾਹੀਦੀ ਹੈ। ਪਰ ਜਿਸ ਢੰਗ ਨਾਲ ਇਹ ਸਾਰੀ ਦਹਿਸ਼ਤ ਫੈਲਾਈ ਜਾ ਰਹੀ ਆ, ਤੇ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੱਲ ਹੋਰ, ਜਿਹੜੇ ਮਾਨਸਿਕ ਪ੍ਰੈਸ਼ਰ ਵਾਲੇ, ਦਬਾਅ ਵਾਲੇ ਮਰੀਜ਼, ਮਾਨਸਿਕ ਖੰਡਾਅ ਵਾਲੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣੀ ਸ਼ੁਰੂ ਹੋ ਚੁੱਕੀ ਹੈ, ਤੇ ਉਹਨਾਂ ਮਰੀਜ਼ਾਂ ਦੀ ਗਿਣਤੀ ਵੀ ਵਧਣੀ ਸ਼ੁਰੂ ਹੋ ਚੁੱਕੀ ਹੈ। ਭਾਵੇਂ ਉਹ ਪਹਿਲਾਂ ਬਹੁਤ ਥੋੜੀ ਗਿਣਤੀ ਸੀ, ਵਾਰ-ਵਾਰ ਹੱਥ ਧੋਣ ਦੀ ਬਿਮਾਰੀ, ਵਾਰ-ਵਾਰ ਕੋਈ ਕੰਮ ਕਰਨ ਦੀ ਬਿਮਾਰੀ, ਉਹ ਵੀ ਬਿਮਾਰੀ ਬਹੁਤ ਲਗਾਤਾਰ ਵੱਧ ਰਹੀ ਹੈ। ਤਰਕਸ਼ੀਲ ਸਿਟੀ ਕੋਲ ਪਹਿਲਾਂ ਵੀ ਅਜਿਹੇ ਕੇਸ ਆਉਂਦੇ ਸੀ ਤੇ ਹੁਣ ਵੀ ਅਜਿਹੇ ਕੇਸ ਆ ਜਿਹੜੇ ਉਹ ਆ ਰਹੇ। ਸੋ ਕਹਿਣ ਦਾ ਮਤਲਬ ਕੀ ਆ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ, ਸਥਿਤੀ ਨੂੰ ਸਮਝਦਿਆਂ ਹੋਇਆਂ ਸਾਰੀਆਂ ਹੀ ਜਨਤਕ ਜਮਹੂਰੀ ਜਾਂ ਉਹ ਜਥੇਬੰਦੀਆਂ ਜਿਹੜੀਆਂ ਲੋਕਾਂ ਦੇ ਹਿੱਤ 'ਚ ਕੰਮ ਕਰਦੀਆਂ, ਉਹਨਾਂ ਨੂੰ ਬਹੁਤ ਹੀ ਗੰਭੀਰਤਾ ਨਾਲ ਚਿੰਤਨ ਕਰਕੇ ਇਹ ਕਰੋਨਾ ਬਾਰੇ ਵੀ ਵੱਡੇ ਫੈਸਲੇ ਲੈਣੇ ਪੈਣਗੇ। ਸਰਕਾਰ ਦੀਆਂ ਉਹਨਾਂ ਨੀਤੀਆਂ ਦੇ ਖਿਲਾਫ ਵੀ ਵੱਡੇ ਐਕਸ਼ਨ ਕਰਨੇ ਪੈਣਗੇ, ਜਿਹੜੀਆਂ ਨੀਤੀਆਂ ਕਰੋਨਾ ਦੀ ਐਮਰਜੈਂਸੀ ਕਰਕੇ ਇਸ ਸਾਰੇ ਕਾਸੇ ਦੇ ਨੂੰ ਲਾਗੂ ਕਰਨ 'ਚ ਪੂਰੇ ਸਮਾਜ ਨੂੰ ਇੱਕ ਤਰ੍ਹਾਂ ਨਾਲ ਲਾਦੂ ਕੱਢ ਚੁੱਕੀਆਂ ਨੇ ਜਾਂ ਲਾਦੂ ਕੱਢ ਰਹੀਆਂ ਨੇ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਤਰਕਸ਼ੀਲ ਸੁਸਾਇਟੀ ਪੰਜਾਬ ਨੇ ਕੁਝ ਕਾਰਜ ਲੀਕੇ ਹੈ ਦਬੋਲਕਰ ਦੀ ਸ਼ਹਾਦਤ ਨੂੰ ਸਮਰਪਿਤ, ਕਿ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਜ਼ੋਰ ਲਾ ਕੇ ਕਰੋਨਾ ਸੰਬੰਧੀ ਵੀ, ਅੰਧ ਵਿਸ਼ਵਾਸਾਂ ਦੇ ਖਿਲਾਫ ਵੀ, ਵਿਗਿਆਨਕ ਵਿਚਾਰਧਾਰਾ ਨੂੰ ਹੋਰ ਫੈਲਾਉਣ ਪ੍ਰਚਾਰਨ ਦੇ ਲਈ ਸਤੰਬਰ ਮਹੀਨੇ ਦਾ ਆਖਰੀ ਹਫ਼ਤਾ ਪੂਰਾ ਸਾਹਿਤ ਨੂੰ ਲੋਕਾਂ ਤੱਕ ਲਿਜਾਣ ਦਾ ਇੱਕ ਫੈਸਲਾ ਕੀਤਾ। ਅਸੀਂ ਉਸ ਨੂੰ ਲਾਗੂ ਕਰਾਂਗੇ। ਅਸੀਂ ਪੂਨੇ ਦੇ ਅੰਦਰ ਦੇਖਿਆ, ਜਿਸ ਸਪੌਟ ਦੇ ਉੱਤੇ ਦਬੋਲਕਰ ਦੀ ਸ਼ਹਾਦਤ ਹੁੰਦੀ ਆ, ਹਰ ਮਹੀਨੇ ਦੀ 20 ਤਰੀਕ ਨੂੰ ਉੱਥੇ ਪੂਰਾ ਜਨਤਕ ਇਕੱਠ ਹੁੰਦਾ। 20 ਅਗਸਤ ਨੂੰ ਸਾਲ ਬਾਅਦ ਉਸ ਵੱਡੀ ਸੜਕ ਬੰਦ ਹੋ ਜਾਂਦੀ ਹੈ। ਉੱਥੇ ਉਹ ਹਜ਼ਾਰਾਂ ਲੋਕੀ, ਪੂਨੇ ਦੇ ਖਾਸ ਕਰਕੇ ਜਾਂ ਬਾਕੀ ਵੀ ਮਹਾਰਾਸ਼ਟਰ ਦੇ ਲਗਭਗ 25 ਜ਼ਿਲ੍ਹਿਆਂ 'ਚ ਅੰਧ ਸ਼ਰਧਾ ਨਿਰਮੂਲਨ ਸਮਿਤੀ ਦਾ ਕੰਮ ਹੈ, ਉੱਥੋਂ ਲੋਕੀ ਉਹ ਜੁੜਦੇ ਆ, ਉਸ ਗੱਲ ਨੂੰ ਅੱਗੇ ਵਧਾਉਂਦੇ ਆ, ਉਸ ਸਾਰੀ ਸੋਚ ਨੂੰ, ਦਬੋਲਕਰ ਦੀ ਸੋਚ ਨੂੰ ਅੱਗੇ ਲਿਜਾਣ ਦੇ ਲਈ ਉਹ ਹੋਰ ਵੱਧ ਚੜ ਕੇ ਹਰ ਸਾਲ ਉਤਸ਼ਾਹਿਤ ਹੋ ਕੇ ਹੋਰ ਕੰਮ ਨੂੰ ਵਧਾਉਂਦੇ ਆ। ਸੋ ਸਾਨੂੰ
ਸਾਡੇ ਪੰਜਾਬ ਦੇ ਅੰਦਰ ਵੀ ਜਿੰਨੀਆਂ ਵੀ ਜਥੇਬੰਦੀਆਂ ਨੇ ਉਹਨਾਂ ਸਾਰਿਆਂ ਨੂੰ ਸਾਨੂੰ ਲੱਗਦਾ ਕਿ ਇਹਨਾਂ ਗੱਲਾਂ ਦੇ ਉੱਤੇ ਜੋ ਅੱਜ ਮੌਜੂਦਾ ਹਾਲਾਤ ਬਣੇ ਹੋਏ ਆ ਉਹਨਾਂ ਗੱਲਾਂ ਦੇ ਉੱਤੇ ਬਹੁਤ ਹੀ ਗੰਭੀਰ ਚਿੰਤਨ ਕਰਦੇ ਆ, ਬਹੁਤ ਹੀ ਠੋਸ ਐਕਸ਼ਨ ਨੇ ਜਿਹੜੇ ਉਹ ਉਲੀਕਣੇ ਪੈਣਗੇ। ਤਰਕਸ਼ੀਲ ਸੁਸਾਇਟੀ ਵੀ ਆਪਣੀ ਸਮਰੱਥਾ ਅਨੁਸਾਰ, ਆਪਣੀ ਜੋ ਵਿਚਾਰਧਾਰਾ ਹੈ ਉਸ ਅਨੁਸਾਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਪੂਰੀ ਵਿਸ਼ੇਸ਼ ਮੁਹਿੰਮ ਜੋ ਉਲੀਕੀ ਗਈ ਆ ਉਹਨੂੰ ਚਲਾਊਗੀ, ਤਾਂ ਕਿ ਅਸੀਂ ਉਸ ਦਬੋਲਕਰ ਨੂੰ ਸਹੀ ਸ਼ਰਧਾਂਜਲੀ ਪੇਸ਼ ਕਰ ਸਕੀਏ ਜਿਸ ਦਬੋਲਕਰ ਦੇ ਜਾਣ ਤੋਂ ਬਾਅਦ ਪਹਿਲਾਂ ਦਬੋਲਕਰ ਦੇ ਜੋ ਕੰਮ ਸੀ ਉਹ ਤੇ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਪੂਰਾ ਪਰਿਵਾਰ ਕੁੱਲ ਵਕਤੀ ਦੇ ਤੌਰ ਤੇ ਅੰਧ ਸ਼ਰਧਾ ਨਿਰਮੂਲਨ ਸमिति ਦਾ ਕੰਮ ਕਰ ਰਿਹਾ ਹੈ। ਸੋ ਅਸੀਂ ਵੀ ਉਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ, ਅੱਜ ਦੇ ਹਾਲਾਤਾਂ 'ਚ ਇੱਕ ਲੋੜ ਸਮਝਦੇ ਹੋਏ ਆਪਣੇ ਆਪ ਨੂੰ ਲੈਸ ਕਰੀਏ, ਹੋਰ ਚੇਤਨ ਹੋਈਏ ਤੇ ਪੂਰੇ ਆਵਾਮ ਨੂੰ, ਪੂਰੇ ਸਮਾਜ ਨੂੰ ਚੇਤਨ ਕਰੀਏ। ਫਿਰ ਹੀ ਆਪਾਂ ਸਮਝਦੇ ਹਾਂ ਕਿ ਉਹ ਅੰਧ ਵਿਸ਼ਵਾਸਾਂ ਤੋਂ ਮੁਕਤ ਸਮਾਜ, ਵਿਗਿਆਨਕ ਵਿਚਾਰਾਂ ਨਾਲ ਲੈਸ ਸਮਾਜ ਹੈ ਜਿਹੜਾ ਉਹ ਸਿਰਜਿਆ ਜਾ ਸਕਦਾ। ਤੇ ਮੈਂ ਅੰਤ ਦੇ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਜਥੇਬੰਦਕ ਮੁਖੀ ਹੋਣ ਦੇ ਨਾਤੇ ਉਹਨਾਂ ਸਾਰਿਆਂ ਨੂੰ ਜਿਹੜੇ ਵੀ ਇਸ ਵੇਲੇ ਇਸ ਗੱਲਬਾਤ ਨੂੰ ਸੁਣ ਰਹੇ ਆ, ਦਬੋਲਕਰ ਜੀ ਸ਼ਹਾਦਤ ਦੇ ਸਮਾਗਮ ਨੂੰ ਸੁਣ ਰਹੇ ਆ, ਉਹਨਾਂ ਨੂੰ ਇਹ ਬੇਨਤੀ ਕਰੂੰਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੁਝ ਭਰਮ ਭੁਲੇਖੇ ਮੀਡੀਆ ਵੱਲੋਂ ਪਾਏ ਜਾ ਰਹੇ ਆ ਉਹਨਾਂ ਤੋਂ ਸੁਚੇਤ ਹੁੰਦੇ ਹੋਏ, ਬਹੁਤ ਮੀਡੀਆ ਦਾ ਛੋਟਾ ਹਿੱਸਾ ਰਹਿ ਗਿਆ ਜਿਹੜਾ ਸਾਡੇ ਤੱਕ ਇੱਕ ਸੱਚੀ ਗੱਲ ਲਿਆ ਰਿਹਾ, ਉਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਅੰਦਰ ਸਮਾਉਂਦੇ ਹੋਏ ਹੋਰ ਵੱਧ ਤੋਂ ਵੱਧ ਕਾਰਜਸ਼ੀਲ ਹੋਣ ਦਾ ਉਪਰਾਲਾ ਕਰੀਏ। ਬਹੁਤ ਬਹੁਤ ਧੰਨਵਾਦ।